ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਅਨਦਰ ਵੀਡੀਓ। ਤੋ ਯਾਰ ਦੇਖੋ, ਪਿਛਲੀ ਵੀਡੀਓ 'ਚ ਆਪਾਂ ਕਵਰ ਕੀਤਾ ਸੀ ਲਾਸਟ ਲੈਸਨ ਦੇ ਸਾਰਾ ਇੰਪੋਰਟੈਂਟ ਪੁਆਇੰਟਸ, ਜਿਸ ਨਾਲ ਆਪਾਂ ਨੂੰ ਚੈਪਟਰ ਦਾ ਪੂਰਾ ਆਈਡੀਆ ਲੱਗ ਗਿਆ ਸੀ ਕਿ ਇਹ ਚੈਪਟਰ ਕਿਸ ਬਾਰੇ ਹੈ, ਕੀ ਦੱਸ ਰਿਹਾ। ਠੀਕ ਹੈ, ਇਸ ਵੀਡੀਓ 'ਚ ਆਪਾਂ ਇਸ ਦੇ ਮੇਨ ਕੁਐਸਚਨ ਆਨਸਰ ਕਰਾਂਗੇ ਜਿਹੜੇ ਕਿ ਆਉਂਦੇ ਹੀ ਆਉਂਦੇ ਆ। ਠੀਕ ਹੈ, ਸਭ ਤੋਂ ਪਹਿਲਾ ਕੁਐਸਚਨ ਹੈਗਾ ਆਪਣੇ ਕੋਲ, ਵਾਈ ਡਿਡ ਦ ਫਰਾਂਸ ਨਾਟ ਗੋ ਟੂ ਸਕੂਲ ਦੈਟ ਡੇ। ਮੀਨਸ ਇਹਦਾ ਮੀਨ ਕੀ ਹੈ। ਸਭ ਤੋਂ ਪਹਿਲਾਂ ਦੇਖੋ ਇਹਨੂੰ ਕਿ ਵਾਈ ਡਿਡ ਦ ਫਰਾਂਸ ਨਾਟ ਗੋਜ਼ ਟੂ ਸਕੂਲ ਦੈਟ ਡੇ, ਕਹਿ ਰਿਹਾ ਹੈ ਕਿ ਫਰਾਂਸ ਉਸ ਦਿਨ, ਜਿਸ ਦਿਨ ਆਰਡਰ ਆਇਆ ਸੀ, ਉਸ ਦਿਨ ਜਾਣਾ ਕਿਉਂ ਨਹੀਂ ਚਾਹੁੰਦਾ ਸੀ ਸਕੂਲ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਏ ਕੁਐਸਚਨ ਸਮਝ ਆ ਜਾਣਾ ਚਾਹੀਦਾ, ਭਾਵੇਂ ਜਿਹੜੀ ਮਰਜ਼ੀ ਲੈਂਗੁਏਜ ਤੁਸੀਂ ਸਮਝੋ ਕੀ ਕਹਿ ਕੀ ਰਿਹਾ। ਫਿਰ ਤਾਂ ਤੁਸੀਂ ਆਪਦੇ ਵੱਲੋਂ ਬਣਾ ਕੇ ਜ਼ਰੂਰ ਲਿਖ ਸਕਦੇ ਹੋ। ਸਭ ਤੋਂ ਪਹਿਲਾਂ ਦੇਖੋ, ਫਰਾਂਸ ਹੈਡ ਸਟਾਰਟਡ ਐਵਰੀ ਲੇਟ ਫॉर ਦ ਸਕੂਲ ਔਨ ਦੈਟ ਡੇ। ਸਭ ਤੋਂ ਪਹਿਲਾਂ ਤਾਂ ਇਹ ਆਪਣਾ ਇੱਕ ਪੁਆਇੰਟ ਹੋ ਗਿਆ ਕਿ ਉਹ ਲੇਟ ਹੋ ਗਿਆ ਸੀਗਾ ਸਕੂਲ ਕਰਕੇ। ਠੀਕ ਹੈ, ਇੱਕ ਪੁਆਇੰਟ ਹੋ ਗਿਆ ਇਹ। ਨਾਓ ਅਗਲਾ ਪੁਆਇੰਟ ਦੇਖੋ, ਇਸ ਨੂੰ ਤੁਸੀਂ ਪੁਆਇੰਟਾਂ 'ਚ ਤੋੜ ਤੋੜ ਕੇ ਬਣਾ ਕੇ ਦੇਖੋ, ਤੁਹਾਨੂੰ ਬਹੁਤ ਸਮਝ 'ਚ ਮਜ਼ਾ ਵੀ ਆਊਗਾ। ਠੀਕ ਹੈ, ਤੁਹਾਨੂੰ ਠੀਕ ਹੈ, ਈ ਹੈਜ਼ also not learned the rules for participles and M Hamel was going to ask questions on participles। means ਇਹਦਾ ਮਤਲਬ ਕੀ ਹੈ ਕਿ ਇੱਕ ਤਾਂ ਪਹਿਲਾ ਪੁਆਇੰਟ ਇਹ ਹੋ ਗਿਆ ਕਿ ਉਹ ਲੇਟ ਹੋ ਗਿਆ ਸੀਗਾ ਸਕੂਲ ਤੋਂ। ਠੀਕ ਹੈ, ਦੂਸਰਾ ਪੁਆਇੰਟ ਤੁਸੀਂ ਇਹ ਬਣਾਓ ਕਿ ਐਮ ਹੈਮਲ ਨੇ ਕੁਐਸਚਨਸ ਪੁੱਛਣੇ ਸੀ ਪਾਰਟਿਸਿਪਲ ਤੇ, ਇਸ ਕਰਕੇ ਉਹ ਨਹੀਂ ਜਾਣਾ ਚਾਹੁੰਦਾ ਸੀ ਬਿਕੋਜ਼ ਹੀ ਵਾਜ਼ ਡੈਡ ਆਫ ਮਿਸਟਰ ਐਮ ਹੈਮਲ ਸਕੋਲਡਿੰਗ। ਸਕੋਲਡਿੰਗ ਕੀ ਹੁੰਦਾ ਹੈ? ਡਾਂਟਣਾ। ਠੀਕ ਹੈ, ਉਸਨੂੰ ਡਰ ਸੀ ਕਿ ਮਿਸਟਰ ਐਮ ਹੈਮਲ ਉਸਨੂੰ ਡਾਂਟਣਗੇ। ਦੇਅਰਫੋਰ ਫਰਾਂਸ ਡਿਡਨਟ ਵਾਂਟ ਟੂ ਗੋ ਟੂ ਸਕੂਲ ਔਨ ਦੈਟ ਡੇ। ਠੀਕ ਹੈ, ਇਹ ਕੁਐਸਚਨ ਕੰਪਲੀਟ ਹੋ ਗਿਆ। ਇਸ ਦੇ ਵਿੱਚ ਆਪਣੇ 3 ਪੁਆਇੰਟ ਬਣੇ ਆ। ਸਭ ਤੋਂ ਪਹਿਲਾਂ ਇਹਨੂੰ ਫਲੋ ਚਾਰਟ 'ਚ ਬਣਾਉਣਾ ਸਿੱਖੋ ਤੁਸੀਂ, ਉਸ ਦੇ ਨਾਲ ਤੁਹਾਨੂੰ ਈਜ਼ੀ ਵੀ ਲੱਗੂਗਾ ਤੇ ਲਰਨ ਵੀ ਬਹੁਤ ਵਧੀਆ ਹੋਊਗਾ। ਸਭ ਤੋਂ ਪਹਿਲਾਂ ਤੁਸੀਂ ਮੇਨ ਟੌਪਿਕ ਉੱਪਰ ਦੇ ਦਿਓ, ਫਰਾਂਸ ਵਾਈ ਫਰਾਂਸ ਨਾਟ ਟੂ ਗੋ ਟੂ ਸਕੂਲ ਦੈਟ ਡੇ। ਠੀਕ ਹੈ, ਫਿਰ ਐਰੋ ਲਗਾ ਕੇ 3 ਪੁਆਇੰਟਸ ਬਣਾਓ। ਫਰਾਂਸ ਵਾਜ਼ ਲੇਟ ਫॉर ਸਕੂਲ ਔਨ ਦੈਟ ਡੇ। ठीक है, सेकंड पॉइंट बनाओ, बिकॉज ही डिडंट वांट टू गो टू स्कूल बिकॉज मिस्टर एम हैमल वाज गोइंग टू आस्क द क्वेश्चंस ऑन पार्टिसिपल्स एंड ही वाज ड्रेड ऑफ मिस्टर एम हैमल स्कोल्डिंग। ये हो गया सेकंड। ते थर्ड तुसी लिखो, ही वाज नॉट लर्न द रूल्स फॉर पार्टिसिपल्स। ठीक है, फिर इस कंक्लूडिंग लाइन भी दे दो, इस दे विच तुहाडा प्रेजेंटेशन बहुत ही ज़्यादा वधिया बनूगा। कंक्लूजन च तुसी लिखो कि यस these are the reasons that's why the France not go to school on that day। ठीक है, बस ਇਹ ਇਹਨਾਂ ਕੁਐਸਚਨ ਨਾਲ ਤੁਹਾਡੇ ਫੁੱਲ ਨੰਬਰ ਮਿਲ ਜਾਣਗੇ। ਅਗਰ ਇਹੀ ਕੁਐਸਚਨ ਤੁਹਾਨੂੰ ਜ਼ਿਆਦਾ ਨੰਬਰ ਮਤਲਬ ਜ਼ਿਆਦਾ ਨੰਬਰ ਵਿੱਚ ਵੀ ਆਉਂਦਾ ਹੈ ਤਾਂ ਤੁਸੀਂ ਇਸ ਨੂੰ ਲਿਖ ਸਕਦੇ ਹੋ, ਕੋਈ ਦਿੱਕਤ ਦੀ ਗੱਲ ਨਹੀਂ ਹੈ। ਔਰ ਅਗਲੇ ਕੁਐਸਚਨ ਤੇ ਚੱਲਦੇ ਹਾਂ, ਵਟ ਸਾਈਟਸ ਡਿਡ ਫਰਾਂਸ ਸੀ ਔਨ ਦ ਸਕੂਲ ਵੇ ਟੂ ਸਕੂਲ। ਠੀਕ ਹੈ, ਔਨ ਹਿਜ਼ ਵੇ ਟੂ ਸਕੂਲ ਮਤਲਬ ਕਿ ਉਹਨੇ ਆਪਦੇ ਸਕੂਲ ਦੇ ਰਸਤੇ ਵਿੱਚ ਕੀ ਕੀ ਚੀਜ਼ਾਂ ਦੇਖੀਆਂ। ਸਭ ਤੋਂ ਪਹਿਲਾਂ ਔਨ ਹਿਜ਼ ਵੇ ਟੂ ਸਕੂਲ ਫਰਾਂਸ ਫਾਊਂਡ ਦ ਡੇ ਵਾਜ਼ ਵਾਰਮ ਐਂਡ ਬ੍ਰਾਈਟ। ਮੀਨਸ ਮਤਲਬ ਕਿ ਫਰਾਂਸ ਨੂੰ ਉਹ ਦਿਨ ਬਹੁਤ ਹੀ ਜ਼ਿਆਦਾ ਸੁਹਾਵਣਾ ਲੱਗਿਆ, ਬਹੁਤ ਹੀ ਬ੍ਰਾਈਟ ਸੀ। ਸਭ ਤੋਂ ਪਹਿਲਾਂ ਇਹਦਾ ਵੀ ਤੁਸੀਂ ਉਵੇਂ ਪੁਆਇੰਟਸ ਬਣਾਉਣੇ ਸ਼ੁਰੂ ਕਰ ਦਿਓ। ਇਹ ਹੋ ਗਿਆ ਆਪਣਾ ਇੱਕ ਪੁਆਇੰਟ, ਫਰਾਂਸ ਫਾਊਂਡ ਦੈਟ ਡੇ ਵਾਜ਼ ਅ ਵਾਰਮ ਐਂਡ ਬ੍ਰਾਈਟ। ਇਹ ਤੁਸੀਂ ਫਲੋ ਚਾਰਟ ਬਣਾਉਣਾ ਸਿੱਖੋ। ਠੀਕ ਹੈ, ਸੈਕਿੰਡ ਪੁਆਇੰਟ ਤੁਸੀਂ ਇਹ ਲਿਖੋ, ਦ ਬਰਡਸ ਵਾਰ ਚਿਰਪਿੰਗ ਐਟ ਦ ਐਜ ਆਫ ਦ ਵੁਡਸ। ਇਹ ਸੈਕਿੰਡ ਪੁਆਇੰਟ ਹੋ ਗਿਆ, ਉਸ ਨੂੰ ਇਹ ਦਿਖੀਆਂ ਸੀਗੀਆਂ ਚੀਜ਼ਾਂ। ਠੀਕ ਹੈ, ਤੀਜਾ ਪੁਆਇੰਟ ਤੁਸੀਂ ਲਿਖੋ, ਦ ਪਰਸ਼ੀਅਨ ਸੋਲਜਰਸ ਵਰ ਡ੍ਰਿਲਿੰਗ। ठीक है, ये हो गया तीजा पॉइंट। देन ही पास द टाउन हॉल, देयर वाज अ क्राउड इन फ्रंट ऑफ अ बुलेटिन बोर्ड। ठीक है, ये हो गया अपना चौथा पॉइंट। मतलब कि इन्नी ईजी लैंग्वेज हैगी, थोड़ा समझ आ ही रही होनी है। ठीक है, तो फ्रांस वंडर दैट द वट द मैटर कुड बी। फ्रांस वंडर हो गया सी कि इन्ना क्राउड काहदे वास्ते टाउन हॉल ते, जिवें मैं तुहानूं कल समझाया सी, टाउन हॉल ते हर एक कोई बुरी खबर आंदी है, पर कल क्राउड ज़्यादा सीगा। ठीक है, मतलब कि बुलेटिन बोर्ड ਤੇ ਤਾਂ ਕਰਕੇ ਫਰਾਂਸ ਵੰਡਰ ਹੋ ਗਿਆ ਸੀਗਾ, ਬਟ ਹੀ ਡਿਡਨਟ ਸਟਾਪ ਟੂ ਰੀਡ ਇਟ। ਔਰ ਮਤਲਬ ਕਿ ਰੁਕਿਆ ਨਹੀਂ ਸੀ ਮਤਲਬ ਕਿ ਰੀਡ ਕਰਨ ਵਾਸਤੇ, ਉਹ ਆਪਦੇ ਸਕੂਲ ਨੂੰ ਚੱਲ ਹੀ ਰਿਹਾ ਸੀ। ਥਰਡ ਕੁਐਸਚਨ ਤੇ ਆ ਜਾਓ, ਵਟ ਟੈਂਪਟ ਫਰਾਂਸ ਟੂ ਸਟੇ ਅਵੇ ਫਰੋਮ ਦ ਸਕੂਲ। ਮਤਲਬ ਕਿ ਟੈਂਪਟਡ ਮਤਲਬ ਕਿ ਉਸ ਨੂੰ ਕਿਹੜੀਆਂ ਚੀਜ਼ਾਂ ਡਿਸਟਰੈਕਟ ਕਰ ਰਹੀਆਂ ਸੀ ਕਿ ਉਹ ਸਕੂਲ ਨਾ ਜਾ ਸਕੇ। ਸਭ ਤੋਂ ਪਹਿਲਾਂ ਤੁਸੀਂ ਲਿਖਣਾ ਇੱਕ ਤਾਂ ਦ ਡੇ ਵਾਜ਼ ਬ੍ਰਾਈਟ ਐਂਡ ਵਾਰਮ। ਠੀਕ ਹੈ, ਤੁਸੀਂ ਫਲੋ ਚਾਰਟ ਬਣਾਓ, ਉਸ ਦੇ ਵਿੱਚ ਇਹ ਲਿਖੋ, ਉਹ ਤੁਹਾਨੂੰ ਈਜ਼ੀ ਵੀ ਲੱਗੂਗਾ ਤੇ ਪੇਪਰ ਟਾਈਮ ਬਹੁਤ ਈਜ਼ੀ ਲੱਗੂਗਾ ਤੁਹਾਨੂੰ। ਜਦੋਂ ਤੁਸੀਂ ਇਹਨੂੰ ਇੱਕ ਇੱਕ ਪੁਆਇੰਟ ਨੂੰ ਦੇਖੋਗੇ ਤੁਹਾਨੂੰ ਸਭ ਸਮਝ ਆ ਜਾਣਾ। ਸਭ ਤੋਂ ਪਹਿਲਾ ਪੁਆਇੰਟ ਲਿਖੋ, ਦ ਡੇ ਵਾਜ਼ ਬ੍ਰਾਈਟ ਐਂਡ ਵਾਰਮ। ਡੇ ਵਾਜ਼ ਬ੍ਰਾਈਟ ਐਂਡ ਵਾਰਮ।
देन सेकंड ਤੁਸੀਂ ਲਿਖੋ the Persian soldiers were drilling in woods, ठीक है, the birds were chirping and Mr. M. Hamel was going to ask question, ठीक है। हाँ ਤੇ ਆਪਾਂ ਸੀਗੇ Mr. M. Hamel was going to ask question on the participles and France didn't had not learned anything about it। ਇਹ ਹੋ ਗਿਆ ਆਪਣਾ fourth point, ਠੀਕ ਹੈ। France was dread of scolding, ਇਹ ਵੀ ਤੁਸੀਂ ਇਸ ਦੇ ਉਹ 'ਚ ਹੀ ਲਿਖ ਸਕਦੇ ਹੋ, ਠੀਕ ਹੈ। ਇਹ ਸਾਰੀ ਚੀਜ਼ਾਂ ਸੀਗੀਆਂ ਜਿਹੜੀ ਉਸਨੂੰ ਟੈਂਪਟ ਕਰ ਰਹੀਆਂ ਸੀ ਟੂ ਸਟੇ ਅਵੇ ਫਰੋਮ ਦ ਸਕੂਲ, ਠੀਕ ਹੈ। ਬਹੁਤ ਹੀ ਜ਼ਿਆਦਾ ਸਿੰਪਲ ਹੈ, ਠੀਕ ਹੈ। ਇਹ ਕੁਐਸਚਨਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ, ਤਾਂ ਇਸ ਨੂੰ ਧਿਆਨ ਨਾਲ ਪੜ੍ਹਨਾ ਹੈ। ਵਟ ਹੈਡ ਬੀਨ ਪੁੱਟ ਅਪ ਔਨ ਦ ਬੁਲੇਟਿਨ ਬੋਰਡ, ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਬੁਲੇਟਿਨ ਬੋਰਡ ਤੇ ਕੀ ਪੁੱਟ ਕੀਤਾ ਹੋਇਆ ਸੀ, ਠੀਕ ਹੈ। ਅ ਵਾਰ ਵਾਜ਼ ਗੋਇੰਗ ਬਿਟਵੀਨ ਫਰਾਂਸ ਐਂਡ ਪਰਸ਼ੀਆ। ਪਰਸ਼ੀਆ ਮਤਲਬ ਮੈਂ ਤੁਹਾਨੂੰ ਦੱਸਿਆ ਵੀ ਸੀ ਜਰਮਨੀ ਨੂੰ ਕਿਹਾ ਗਿਆ ਹੈ, ਤਾਂ ਕਰਕੇ ਕਨਫਿਊਜ਼ ਨਹੀਂ ਹੋਣਾ। ਪਰਸ਼ੀਆ, ਜਿੱਥੇ ਵੀ ਪਰਸ਼ੀਆ ਦੇਖ ਗਏ ਮਤਲਬ ਕਿ ਜਰਮਨੀ ਦੀ ਹੀ ਗੱਲ ਹੋ ਰਹੀ ਹੈ। ਫਰਾਂਸ ਤੇ ਜਰਮਨੀ। ਦ ਫ੍ਰੈਂਚ ਡਿਸਟ੍ਰਿਕਟ ਐਲਸਿਸ ਐ ਲੋਰੇਨ ਹੈਡ ਫਾਲਨ ਇਨਟੂ ਦ ਹੈਂਡਸ ਆਫ ਪਰਸ਼ੀਆ। ਇਸ ਦਾ ਮਤਲਬ ਕੀ ਹੈ ਕਿ ਫ੍ਰੈਂਚ ਦੇ ਜਿਹੜੇ ਦੋ ਡਿਸਟ੍ਰਿਕਟ ਸੀ, ਮਤਲਬ ਕਿ ਫ੍ਰੈਂਚ ਤਾਂ ਹਾਰ ਗਿਆ ਸੀਗਾ ਜਰਮਨੀ ਤੋਂ, ਤਾਂ ਕਰਕੇ ਜਿਹੜੇ ਉਹਨਾਂ ਦੇ ਦੋ ਡਿਸਟ੍ਰਿਕਟ ਸੀ ਐਲਸਿਸ ਤੇ ਲੋਰੇਨ, ਇਹ ਸਾਰੇ ਜਰਮਨੀ ਦੇ ਹੱਥ ਵਿੱਚ ਆ ਗਏ ਸੀ, ਠੀਕ ਹੈ। ਦ ਟੀਚਿੰਗ ਐਂਡ ਸਟੱਡਿੰਗ ਆਫ ਫ੍ਰੈਂਚ ਹੈਜ਼ ਬੀਨ ਬੈਨਡ ਇਨ ਦੀਸ ਡਿਸਟ੍ਰਿਕਟਸ। ਦ ਟੀਚਿੰਗ ਐਂਡ ਸਟੱਡਿੰਗ ਮਤਲਬ ਕਿ ਜਿਹੜੀ ਫ੍ਰੈਂਚ ਲੈਂਗੁਏਜ ਪੜ੍ਹਾਈ ਜਾ ਰਹੀ ਸੀ ਉਹ ਬੈਨ ਕਰ ਦਿੱਤੀ ਗਈ ਸੀ। ਦ ਨੋਟਿਸ ਫॉर ਦ ਸੇਮ ਹੈਵ ਬੀਨ ਪੁੱਟ ਅਪ ਔਨ ਦ ਬੁਲੇਟਿਨ ਬੋਰਡ, ਜੀ ਇਹੀ ਸਾਰੀਆਂ ਚੀਜ਼ਾਂ ਦਾ ਨੋਟਿਸ ਬੁਲੇਟਿਨ ਬੋਰਡ ਤੇ ਚਿਪਕਾ ਰੱਖਿਆ ਸੀਗਾ। ਬਹੁਤ ਇੰਪੋਰਟੈਂਟ ਹੈ ਇਹ ਵੀ ਕੁਐਸਚਨ, ਤਾਂ ਕਰਕੇ ਇਹ ਵੀ ਕਰ ਲਿਓ ਜੇ ਧਿਆਨ ਨਾਲ। ਵਟ ਡਿਡ ਦ ਫਰਾਂਸ ਵੰਡਰ ਅਬਾਊਟ ਵੈਨ ਹੀ ਐਂਟਰ ਦ ਕਲਾਸ ਡੈਟ ਡੇ, ਉਸਨੂੰ ਕੀ ਅਨੋਖਾ ਮਤਲਬ ਕਿ ਕੀ ਸਰਪ੍ਰਾਈਜ਼ ਕੀ ਹੋ ਗਿਆ ਉਹ ਦੇਖ ਕੇ ਕਿ ਅੱਜ ਦਾ ਦਿਨ ਬਹੁਤ ਹੀ ਅਲੱਗ ਹੈ। ਸਭ ਤੋਂ ਪਹਿਲਾਂ ਦੇਖੋ ਔਨ ਦੈਟ ਡੇ ਦੇयर ਵਾਜ਼ ਨੋ ਨੋਇਸ ਆਊਟਸਾਈਡ ਦ ਕਲਾਸ। ਆਊਟਸਾਈਡ ਦ ਕਲਾਸ ਕੋਈ ਵੀ ਨੋਇਸ ਨਹੀਂ ਆ ਰਹੀ ਸੀ, ਠੀਕ ਹੈ। ਨਹੀਂ ਤਾਂ ਆਪਾਂ ਦੇਖਦੇ ਹਾਂ ਪੂਰਾ ਸ਼ੋਰ ਹੁੰਦਾ ਕਲਾਸਾਂ ਦੇ ਬਾਹਰ, ਪਰ ਉਸ ਦਿਨ ਇਹੋ ਜਿਹਾ ਕੁਝ ਵੀ ਨਹੀਂ ਸੀ। ਦੈਨ ਹੀ saw that Mr. M. Hamel was wearing his beautiful green coat and his frilled shirt and the little black coat, ਠੀਕ ਹੈ। ਉਸਨੇ ਇਹ ਸਪੈਸ਼ਲ ਡਰੈਸ ਪਾ ਰੱਖੀ ਸੀਗੀ, ਇਹ ਤੁਸੀਂ ਯਾਦ ਰੱਖਣਾ ਬਿਊਟੀਫੁਲ ਗ੍ਰੀਨ ਕਲੋਟ, ਕਲੋਟ ਨਹੀਂ ਮੈਂ ਵੀ ਕੀ ਬੋਲ ਰਿਹਾ, ਬਿਊਟੀਫੁਲ ਗ੍ਰੀਨ ਕੋਟ, ਹਿਜ਼ ਫ੍ਰਿਲਡ ਸ਼ਰਟ ਐਂਡ ਦ ਲਿਟਲ ਬਲੈਕ ਕੋਟ, ਠੀਕ ਹੈ। ਇਹ ਯਾਦ ਰੱਖਣਾ ਤੁਸੀਂ, ਇਹ ਤੁਹਾਨੂੰ ਕੁਐਸਚਨ ਵੀ ਆਊਗਾ, ਠੀਕ ਹੈ। ਤੋ ਹੀ ਵੋਰ ਹਿਜ਼ ਡਰੈਸ ਔਨ ਇੰਸਪੈਕਸ਼ਨ ਐਂਡ ਪ੍ਰਾਈਜ਼ ਡਿਸਟ੍ਰੀਬਿਊਸ਼ਨ ਡੇਜ਼, ਮੇਨਲੀ ਉਹ ਇਹ ਡਰੈਸ ਰੋਜ਼ ਨਹੀਂ ਵੇਅਰ ਕਰਦੇ ਸੀ, ਇਹ ਸਿਰਫ ਉਹ ਪ੍ਰਾਈਜ਼ ਡਿਸਟ੍ਰੀਬਿਊਸ਼ਨ ਜਾਂ ਕੋਈ ਸੈਰੇਮਨੀ ਹੁੰਦੀ ਸੀ ਤਾਂ ਹੀ ਉਹ ਵੇਅਰ ਕਰਦੇ ਸੀ, ਠੀਕ ਹੈ। ਵੈਨ ਹੀ saw the elderly people sitting on a back desk ਐਂਡ ਉਸਨੇ ਕੀ ਦੇਖਿਆ ਕਿ ਜਿਹੜੇ ਐਲਡਰਲੀ ਪੀਪਲ ਹੈ ਵਿਲੇਜਰਸ ਜਿਹਨੂੰ ਕਹਿ ਦਿੰਦੇ ਆ, ਉਹ ਬੈਕ ਡੈਸਕ ਤੇ ਬੈਠੇ ਹੋਏ ਸੀ, ਠੀਕ ਹੈ। ਆਲ ਦੀਜ਼ ਸਾਈਟਸ ਵਰ ਵੰਡਰਡ ਫਰਾਂਸ, ਮਤਲਬ ਇਹ ਸਾਰੀਆਂ ਚੀਜ਼ਾਂ ਉਸਨੂੰ ਵੰਡਰ ਕਰ ਰਹੀਆਂ ਸੀ ਫਰਾਂਸ ਨੂੰ ਕਿ ਉਸ ਦਿਨ ਇਸਨੂੰ ਇਹੀ ਚੀਜ਼ ਅਲੱਗ ਲੱਗੀ ਸੀ, ਠੀਕ ਹੈ। ਅੱਗੇ बढ़ते हैं। The what unusual noises could be heard in the street when the school began? How was the scene in the school in the morning of the last lesson different from that one other days? ਠੀਕ ਹੈ। ਉਸਨੂੰ ਕੀ unusual noises ਆ ਰਹੀਆਂ ਸੀ ਜਦੋਂ ਸਟਰੀਟ ਤੇ ਉਹ ਸਕੂਲ ਵਾਲੀ ਤੇ ਜਾ ਰਿਹਾ ਸੀ। So usually the when school began there was a great hustle bustle, hustle bustle ਲਿਖ ਸਕਦੇ ਹਾਂ ਮਤਲਬ ਕਿ hustle bustle ਮਤਲਬ ਕਿ ਥੋੜਾ ਬਹੁਤਾ ਸ਼ੋਰ, ਜਿਸਨੂੰ ਆਪਾਂ ਕਹਿ ਸਕਦੇ ਹਾਂ ਸਕੂਲ ਦੇ ਬਾਹਰ ਹੁੰਦਾ ਹੀ ਹੈ ਥੋੜਾ ਬਹੁਤਾ ਸ਼ੋਰ, ਠੀਕ ਹੈ, ਜੋ ਕਿ ਸਟਰੀਟ ਦੇ ਵਿੱਚ ਸੁਣਾਈ ਦਿੰਦਾ ਹੈ। ਬਟ देयर was and there would be noise of opening and closing the desk and the lessons repeated in a loud voice, ਠੀਕ ਹੈ। ਸਕੂਲ ਦੇ ਬਾਹਰ ਆ ਸਾਰੀਆਂ ਨੋਇਜ਼ਾਂ ਹੁੰਦੀਆਂ opening and closing of desk and lessons repeated in loud voices, ਠੀਕ ਹੈ। but particular on the particular day it was very quiet as Sunday morning, ਇਹ ਜਿਹੜੀ ਲਾਈਨ ਹੈ as was as ਕੁਆਇਟ ਐਜ਼ ਸੰਡੇ ਮਾਰਨਿੰਗ, ਇਹ ਤੁਸੀਂ ਹਰ ਕੁਐਸਚਨ 'ਚ ਲਿਖਣਾ ਹੀ ਹੈ ਜਦੋਂ ਕੋਈ ਆਹ ਕੁਆਇਟ ਵਾਲਾ ਆਂਸਰ ਆ ਜੇ। ਬਹੁਤ ਹੀ ਇੰਪ੍ਰੈਸਿਵ ਲਾਈਨ ਹੈ ਤਾਂ ਕਰਕੇ ਲਿਖਣੀ ਹੀ ਲਿਖਣੀ ਹੈ, ਠੀਕ ਹੈ। ਸੈਕੰਡਲੀ ਤਾਂ ਅੱਗੇ ਵਧਦੇ ਹਾਂ। ਵਾਈ ਵਰ ਦ ਸਮ ਐਲਡਰਲੀ ਪਰਸਨ ਆਕੂਪਾਈ ਦ ਬੈਕ ਬੈਂਚਿਸ ਡੈਟ ਦੇ, ਇਹ CBSE ਦਾ ਕੁਐਸਚਨ 2017 'ਚ ਵੀ ਆ ਚੁੱਕਿਆ, ਠੀਕ ਹੈ। ਤੇ ਸਭ ਤੋਂ ਪਹਿਲਾਂ ਦੇਖੋ ਦ ਫ੍ਰੈਂਚ ਡਿਸਟ੍ਰਿਕਟਸ ਆਫ ਐਲਸੇਜ਼ਰ ਲੋਰੇਨ ਹੈਵ ਫਾਲਨ ਇਨਟੂ ਦ ਹੈਂਡਸ ਆਫ ਪਰਸ਼ੀਅਨਸ, ਠੀਕ ਹੈ। ਇਹ ਕੁਐਸਚਨ ਮਤਲਬ ਕਿ ਹਰ ਕੁਐਸਚਨ 'ਚ ਥੋੜਾ ਥੋੜਾ ਸੇਮ ਲਾਈਨਸ ਹੈਗੀਆਂ ਹੀ ਹੈਗੀਆਂ, ਤਾਂ ਕਰਕੇ ਇਹ ਚੈਪਟਰ ਬਹੁਤ ਹੀ ਜ਼ਿਆਦਾ ਸਿੰਪਲ ਹੈ। ਜਿਸ ਨੂੰ ਇੱਕ ਵਾਰੀ ਇਹ ਚੈਪਟਰ ਸਮਝ ਆ ਗਿਆ
ਤਾਂ ਫਿਰ ਤਾਂ ਉਹ ਕਰ ਹੀ ਲਊਗਾ, ਭਾਵੇਂ ਉਸਨੂੰ ਆ ਫਿਰ ਕੁਐਸਚਨ ਆਨਸਰ ਪੜ੍ਹਨ ਦੀ ਲੋੜ ਵੀ ਨਹੀਂ, ਕਿਉਂਕਿ ਉਹ ਖੁਦ ਬਣਾ ਕੇ ਲਿਖ ਸਕਦਾ ਹੈ। ਠੀਕ ਹੈ, ਤਾਂ ਦੇਖੋ ਜਿਹੜੀ ਐਲਸਿਸ ਤੇ ਲੋਰੇਨ ਸੀ ਉਹ ਜਾ ਕੇ ਕਿਹਨਾਂ ਦੇ ਹੱਥਾਂ ਵਿੱਚ ਆ ਗਿਆ ਸੀ, ਪਰਸ਼ੀਅਨਸ ਦੀ। ਹੁਣ ਪਰਸ਼ੀਅਨਸ ਕੌਣ ਹੈ ਫਿਰ ਮੈਨੂੰ ਕਮੈਂਟ 'ਚ ਦੱਸੋ। ਠੀਕ ਹੈ, ਦ ਸਟੱਡਿੰਗ ਐਂਡ ਦ ਟੀਚਿੰਗ ਆਫ ਦ ਫ੍ਰੈਂਚ ਹੈਜ਼ ਬੀਨ ਬੈਨ ਦੇਅਰ। ਜਿਹੜੀ ਮਤਲਬ ਕਿ ਇਹਨਾਂ ਦਾ ਮਤਲਬ ਇਹ ਹੈ ਕਿ ਜਿਹੜੀ ਲੈਂਗੁਏਜ ਫ੍ਰੈਂਚ ਹੈ ਉਹ ਬੈਨ ਕਰ ਦਿੱਤੀ ਗਈ ਸੀ। ਠੀਕ ਹੈ, ਤੇ ਐਮ ਹੈਮਲ ਵਾਜ਼ ਅ ਟੀਚਰ ਆਫ ਫ੍ਰੈਂਚ ਲੈਂਗੁਏਜ। ਜਿਹੜੇ ਐਮ ਹੈਮਲ ਟੀਚਰ ਸੀ ਉਹ ਫ੍ਰੈਂਚ ਪੜ੍ਹਾਉਂਦੇ ਸੀ ਸਕੂਲ ਦੇ ਅੰਦਰ। ਠੀਕ ਹੈ, ਫ੍ਰੈਂਚ ਲੈਂਗੁਏਜ ਦੇ ਟੀਚਰ ਸੀ ਐਂਡ ਹੀ ਹੈਡ ਬੀਨ ਟੀਚਿੰਗ ਇਨ ਦ ਸਕੂਲ ਫॉर ਦ ਲਾਸਟ 40 ਇਅਰਸ। ਮੈਂ ਜਿਵੇਂ ਮੈਂ ਤੁਹਾਨੂੰ ਪਿਛਲੇ ਕੱਲ ਵਾਲੀ ਵੀਡੀਓ 'ਚ ਦੱਸਿਆ ਸੀਗਾ ਕਿ 40 ਇਅਰਸ ਤੋਂ ਪੜ੍ਹਾਉਂਦੇ ਆ ਰਹੇ ਸੀ, ਫ੍ਰੈਂਚ ਪੜ੍ਹਾ ਰਹੇ ਸੀ ਲੇਕਿਨ। ਐਂਡ ਨੈਕਸਟ ਮਾਰਨਿੰਗ ਹੀ ਵਾਜ਼ ਲੀਵਿੰਗ ਦ ਸਕੂਲ ਫॉर ਗੁੱਡ। ਠੀਕ ਹੈ, ਇਹ ਜਦੋਂ ਦਾ ਆਰਡਰ ਆਇਆ ਸੀਗਾ ਇਹਨਾਂ ਨੂੰ ਲੀਵ ਕਰਨਾ ਸੀ ਸਕੂਲ, ਬਿਕੋਜ਼ ਫ੍ਰੈਂਚ ਤਾਂ ਹੁਣ ਬੈਨ ਹੋ ਗਈ, ਹੁਣ ਫਿਰ ਜਰਮਨੀ ਪੜ੍ਹਾਈ ਜਾਊਗੀ, ਤਾਂ ਕਰਕੇ ਜਰਮਨੀ ਦੇ ਕੋਈ ਨਿਊ ਟੀਚਰ ਆਊਗਾ ਤੇ ਉਹ ਪੜ੍ਹਾਊਗਾ। ਸੋ therefore the old man was sitting on the back benches. They was it was their way of thanking Mr. M. Hamill for his faithful service. ਜਿਵੇਂ ਮੈਂ ਤੁਹਾਨੂੰ ਕੱਲ ਸਮਝਾਇਆ ਵੀ ਸੀਗਾ ਕਿ ਉਹ ਥੈਂਕ ਕਰਨ ਆਏ ਸੀ ਮਿਸਟਰ ਐਮ ਹੈਮਲ ਨੂੰ ਕਿ ਉਹ ਜਿਨ੍ਹਾਂ ਨੇ 40 ਸਾਲ ਆਪਦੇ ਇਸ ਲੈਂਗੁਏਜ ਨੂੰ ਦਿੱਤੇ, ਮਤਲਬ ਕਿ 40 ਸਾਲ ਬੱਚੇ ਨੂੰ ਇਹ ਲੈਂਗੁਏਜ ਪੜ੍ਹਾਈ। ਠੀਕ ਹੈ, ਤਾਂ ਕਰਕੇ ਉਹ ਥੈਂਕਫੁਲ ਕਰਨ ਆਏ ਸੀ। ਹੂ ਵਰ ਦ ਐਲਡਰਲੀ ਪਰਸਨ ਸਿਟਿੰਗ ਐਟ ਦ ਬੈਕ ਬੈਂਚਿਸ। ਦ ਐਲਡਰਲੀ ਪਰਸਨ ਸਿਟਿੰਗ ਐਟ ਦ ਬੈਕ ਬੈਂਚਿਸ ਵਰ ਦ ਓਲਡ ਹੌਜ਼ਰ। ਜਿਵੇਂ ਤੁਸੀਂ ਮੇਰੇ ਕੱਲ ਵਾਲੇ ਨੋਟਸ ਦੇਖੋ ਜਾ ਕੇ, ਉਹ 'ਚ ਤੁਹਾਨੂੰ ਆ ਸਾਰੇ ਕੁਐਸਚਨ ਆਉਂਦੇ ਆਂਸਰ ਆਪਣੇ ਆਪ ਹੀ ਮਿਲ ਜਾਣਗੇ। ਮੈਂ ਤੁਹਾਨੂੰ ਦੱਸਿਆ ਸੀਗਾ ਓਲਡ ਹੌਜ਼ਰ ਬੈਠਾ ਸੀ, ਹੀ ਵਾਜ਼ ਵੇਅਰਿੰਗ 3 ਕਾਰਡਨ ਹੈਟ। ਠੀਕ ਹੈ, ਅ ਫਾਰਮਰ ਮੇਅਰ ਬੈਠਾ ਸੀ, ਅ ਫਾਰਮਰ ਪੋਸਟਮਾਸਟਰ ਬੈਠਾ ਸੀ, ਤੇ ਬਾਕੀ ਹੋਰ ਵੀ ਕਈ ਬੈਠੇ ਸੀ। ਐਵਰੀਬਡੀ ਵਾਜ਼ ਲੁਕਿੰਗ ਸੈਡ, ਸੈਡ ਸੀ। ਠੀਕ ਹੈ, ਹਾਊਜ਼ਰ ਵਾਜ਼ ਬ੍ਰੌਟ ਅ ਓਲਡ ਪ੍ਰੀਮੀਅਰ ਐਂਡ ਹੀ ਹੈਲਡ ਇਟ ਓਪਨ ਹਿਜ਼ ਨੀਜ਼ ਵਿਦ ਹਿਜ਼ ਸਪੈਕਟੀਕਲਸ ਲਾਈਂਗ ਅਕਰੋਸ ਦ ਪੇजेस। ਮਤਲਬ ਕਿ ਇਹ ਸ਼ੋਅ ਕੀ ਕਰ ਰਹੇ ਹੈ, ਸਾਰੇ ਸੌਰੋ ਦਿਖਾਈ ਦੇ ਰਹੇ ਹੈ, ਸੈਡ ਦਿਖਾਈ ਦੇ ਰਿਹਾ ਹੈ, ਕਿਸ ਨੂੰ ਲੈ ਕੇ ਕਿ ਉਸ ਦਿਨ ਦੀ ਲੈਂਗੁਏਜ ਉਹਨਾਂ ਤੋਂ ਛੀਨੀ ਜਾ ਚੁੱਕੀ ਹੈ। ठीक है, इसलिए आगे बढ़ते हैं। वट अ थंडर क्लैप दीज वर्ड्स वर टू मी। ये क्वेश्चंस मोस्ट इंपॉर्टेंट है। वट वाज थंडर क्लैप दीज वर्ड्स वेयर टू मी। ये क्वेश्चन बोर्ड के पेपर च भी आ चुके हैं। ठीक है, ये क्वेश्चन तो तुसी रट लो, ये तो आना ही आना चाहिए। ठीक है, बाकी भावें छड्ड दो पर ये क्वेश्चन ना छड्डो। ठीक है, एम हैमल अनाउंस इन दैट डे दैट ही वाज हिज लास्ट क्लास। द ऑर्डर ये लाइन तुसी ਭਾਵੇਂ ਹਰ ਕੁਐਸਚਨ ਦੇ ਸਟਾਰਟਿੰਗ ਚ ਲਿਖ ਦਿਓ। ਦ ਆਰਡਰ ਹੈਜ਼ ਕਮ ਫਰਮ ਬਰਲਿਨ, had to come to teach the German language in Alsace-Lorraine. These words came as thunderclap to France. Thunderclap ਕਿਹਨੂੰ ਕਹਿੰਦੇ, ਮਤਲਬ ਸ਼ੌਕ, ਬਿਲਕੁਲ ਸ਼ੌਕ ਹੋ ਜਾਣਾ ਕਿ ਅਚਾਨਕ ਇਹ ਚੀਜ਼ ਹੋ ਗਈ। ਠੀਕ ਹੈ, now he started licking his books and Mr. M. Hamel in spite of his cranky nature. ਇਸ ਦਾ ਮਤਲਬ ਕੀ ਹੋਇਆ ਕਿ ਉਸਨੂੰ ਹੁਣ ਸਾਰਾ ਕੁਝ, ਨਾਲੇ ਪਹਿਲਾਂ ਤਾਂ ਉਹਨੂੰ ਕੁਝ ਸਮਝਣ ਚ ਨਹੀਂ ਆਉਂਦਾ ਸੀਗਾ ਕਿ ਮੈਨੂੰ ਸਮਝ ਨਹੀਂ ਆ ਰਹੀ ਹੈ ਲੈਂਗੁਏਜ। ਮਿਸਟਰ ਐਮ ਹੈਮਲ ਉਹ ਕ੍ਰੈਂਕੀ ਸਮਝਦਾ ਸੀਗਾ, ਬਟ ਇਹੋ ਜਿਹਾ ਅੱਜ ਫਿਰ ਉਹ ਉਲਟਾ ਹੀ ਸਮਝ ਰਿਹਾ ਸੀਗਾ। ਮਤਲਬ ਕਿ ਫਿਰ ਉਹਨਾਂ ਨੂੰ ਉਸ ਦਿਨ ਐਮ ਹੈਮਲ ਨੂੰ ਬੜੀਆ ਸਮਝਣ ਲੱਗ ਗਿਆ ਸੀ ਤੇ ਉਸਨੂੰ ਸਭ ਕੁਝ ਸਮਝ ਵੀ ਆ ਰਿਹਾ ਸੀ। ਹਾਊ ਡਿਡ ਦ ਫਰਾਂਸ ਰਿਐਕਟ ਟੂ ਦ ਡੈਕਲੇਰੇਸ਼ਨ that it was their last lesson? These words were like a thunderclap to France. ਇਹ ਲਾਈਨ ਵੀ ਤੁਸੀਂ ਹਰ ਕੁਐਸਚਨ ਚ ਨਹੀਂ, ਜਿਵੇਂ ਮਤਲਬ ਕਿ ਤੁਹਾਨੂੰ ਅਗਰ ਸਰਪ੍ਰਾਈਜ਼ ਕਿਵੇਂ ਹੋਇਆ, ਬਸ ਇਹ ਚੀਜ਼ਾਂ ਤੁਸੀਂ ਇਹ ਵਰਡਸ ਲਿਖ ਸਕਦੇ ਹੋ। ਥੰਡਰ ਕਲੈਪ ਵਗੈਰਾ ਇਹ ਚ ਇੰਪ੍ਰੈਸਿਵ ਵਰਡਸ ਹੈ, ਕੀਵਰਡਸ, ਇਸ ਦੇ ਨਾਲ ਤੁਹਾਨੂੰ ਨੰਬਰ ਮਿਲਣ ਚ ਮਦਦ ਮਿਲੂਗੀ। ਠੀਕ ਹੈ, ਐਂਡ ਹੀ ਹਾਰਡਲੀ ਨਿਊ ਦ ਰੀਡਿੰਗ ਐਂਡ ਰਾਈਟਿੰਗ ਫ੍ਰੈਂਚ। ਹੀ ਯੂਜ਼ਡ ਟੂ ਵੇਸਟ ਹਿਜ਼ ਟਾਈਮ ਐਂਡ ਯੂਜ਼ਲੈਸ activities. He always considered his books as a nonsense. So now he thought that they were his best friends who he couldn't leave. ਇਹ 'ਚ ਉਹੀ ਗੱਲ ਦੱਸੀ ਗਈ ਹੈ, ਪਹਿਲਾਂ ਉਹ ਨਹੀਂ ਪੜ੍ਹ ਰਿਹਾ ਸੀ, ਪਰ ਜਦੋਂ ਉਸਨੂੰ ਥੰਡਰ ਕਲੈਪ ਹੋਇਆ, ਮਤਲਬ ਕਿ ਉਸਨੂੰ ਸ਼ੌਕ ਲੱਗਿਆ, ਤਾਂ ਉਸਨੂੰ ਉਸਦੀ ਬੁੱਕ ਨਾਲ ਮਤਲਬ ਕਿ ਬੈਸਟ ਫਰੈਂਡ ਲੱਗ ਰਹੀ ਸੀ ਉਸਦੀ ਬੁੱਕ ਉਸਨੂੰ। ਠੀਕ ਹੈ, and what had the narrator counted on the entire the school? Usually the school began, there was a great hustle bus. ਇਹ ਉਹੀ ਕੁਐਸਚਨ ਬਾਰ-ਬਾਰ ਰਿਪੀਟ ਹੋ ਰਿਹਾ ਕਿ ਮਤਲਬ ਉਸ ਦਿਨ ਸਕੂਲ ਇੰਨਾ ਸ਼ਾਂਤ ਕਿਵੇਂ ਸੀਗਾ। ਮਤਲਬ ਕਿ ਆਮ ਜਿਹੜੇ ਡੇਜ਼ ਸੀ ਉਸ 'ਚ ਤਾਂ ਬਹੁਤ ਹਸਲ ਬਸਲ ਹੁੰਦੀ ਸੀਗੀ। ਠੀਕ ਹੈ, ਪਰ ਉਸ ਦਿਨ ਕੁਛ ਵੀ ਇਹੋ ਜਿਹਾ ਕੋਈ ਹਸਲ ਬਸਲ ਨਹੀਂ ਸੀ, ਪੂਰਾ ਸਕੂਲ ਸ਼ਾਂਤ ਸੀ। ਠੀਕ ਹੈ, what was the mood in the classroom when the M. Hamel gave his last French lesson? ਮੂਡ ਕਿਵੇਂ ਸੀ ਉਹ ਤਾਂ ਤੁਹਾਨੂੰ ਹੁਣ ਸਮਝਣ ਆ ਹੀ ਜਾਣਾ ਚਾਹੀਦਾ, ਇੰਨਾ ਕੁ ਤਾਂ ਚੈਪਟਰ ਤੁਸੀਂ ਕਰ ਹੀ ਲਿਆ ਹੋਣਾ। ਮੂਡ ਕਿਵੇਂ ਸੀ, ਬਹੁਤ ਜ਼ਿਆਦਾ ਦੁੱਖ 'ਚ ਸੀ। ਠੀਕ ਹੈ, ਸੌਰੋ ਸੀ, ਸੈਡਨੈਸ ਸੀ।
The mood wherein was a state of sadness. There was a pin drop silence in the class. Even the old peoples of the village had come to attend the school. Sorry, school in class. They had come there to thank Mr. M. Hamill for his 40 years of service. ठीक है ਉਹੀ ਕੁਐਸਚਨਸ ਹੈ ਉਹੀ ਆਨਸਰ ਹੈ ਇਸ ਲਈ ਇੱਕ ਵਾਰੀ ਤੁਸੀਂ ਮੇਰੀ ਕੱਲ ਵਾਲੀ ਵੀਡੀਓ ਦੇਖੋ ਉਸ ਦੇ ਵਿੱਚ ਤੁਹਾਨੂੰ ਸਭ ਸਮਝਣ ਆ ਜਾਣਾ ਹੈ ਤਾਂ ਕਰਕੇ ਇੱਕ ਵਾਰੀ ਤੁਸੀਂ ਕੁਐਸਚਨ ਪੜੋਗੇ ਤਾਂ ਕਰਕੇ ਬਾਅਦ ਚ ਤੁਸੀਂ ਆਪ ਹੀ ਲਿਖ ਸਕਦੇ ਹੋ ਠੀਕ ਹੈ ਫਲੋ ਚਾਰਟ ਵਾਲਾ ਆਈਡੀਆ ਤੁਸੀਂ ਜ਼ਰੂਰ ਅਪਣਾਓ ਕਿਉਂਕਿ ਫਲੋ ਚਾਰਟ ਨਾਲ ਈਜ਼ੀ ਲਰਨਿੰਗ ਹੈ ਤੁਸੀਂ ਇੰਨੇ ਪੈਰੇ ਵੱਡੇ ਵੱਡੇ ਦੇਖ ਕੇ ਤਾਂ ਕਰਕੇ ਪਹਿਲਾਂ ਹੀ ਘਬਰਾ ਜਾਂਦੇ ਹੋ ਤਾਂ ਮੈਨੂੰ ਪਤਾ ਹੈ ਠੀਕ ਹੈ ਤਾਂ ਕਰਕੇ ਉਸ ਨੂੰ ਛੋਟਾ ਛੋਟਾ ਤੋੜ ਤੋੜ ਕੇ ਫਲੋ ਚਾਰਟ ਦੇ ਵਿੱਚ ਲਿਖੋ ਤੇ ਯਾਦ ਕਰਨਾ ਸੌਖਾ ਹੋ ਜਾਊਗਾ ਫਿਰ ਠੀਕ ਹੈ ਹਾਊ ਵਰ ਦ ਪੇਰੈਂਟਸ ਐਂਡ ਐਮ ਹੈਮਲ ਰਿਸਪੌਂਸਿਬਲ ਫॉर ਹਿਸ ਚਿਲड्रन ਨਿਗਲੈਕਟ ਆਫ ਦ ਫ੍ਰੈਂਚ ਲੈਂਗੁਏਜ ਇਹੀ ਆਨਸਰ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਉਹ ਨਿਗਲੈਕਟ ਕਿਉਂ ਕਰ ਰਿਹਾ ਹੈ ਆਪਣੇ ਮਤਲਬ ਕਿ ਉਹ ਆਪਣੇ ਸਾਰਿਆਂ ਦੀ ਗਲਤੀ ਮੰਨ ਰਿਹਾ ਹੈ ਕਿ ਆਪਾਂ ਫ੍ਰੈਂਚ ਨਹੀਂ ਸਿੱਖ ਸਕੇ ਰਿਸਪੌਂਸਿਬਲ ਨਹੀਂ ਸੀ ਆਪਾਂ ਠੀਕ ਹੈ ਉਹ ਐਂ ਕਹਿਣਾ ਚਾਹ ਰਿਹਾ ਤੇ ਕਿਉਂ ਮੈਂ ਕਹਿ ਰਿਹਾ the parents would send their children to work on a farm or at mill so they could get some extra money ਠੀਕ ਹੈ the parent ਜਿਹੜੇ ਸੀ ਉਹ ਪੈਸੇ ਕਮਾਉਣ ਦੇ ਲਾਲਚ ਦੇ ਮਾਰੇ ਉਹਨਾਂ ਨੂੰ ਸਕੂਲ ਨਹੀਂ ਭੇਜਦੇ ਸੀ ਕਦੇ ਕਦੇ ਛੁੱਟੀ ਕਰਵਾ ਲੈਂਦੇ ਸੀ ਮਿਸਟਰ ਐਮ ਹੈਮਲ ਬੱਚਿਆਂ ਨੂੰ ਪਾਣੀ ਪੌਦਿਆਂ ਨੂੰ ਪਾਣੀ ਦੇਣ ਭੇਜ ਦਿੰਦਾ ਸੀ ਠੀਕ ਹੈ ਤੇ ਆਪ ਉਹ ਫਿਸ਼ਿੰਗ ਤੇ ਚੱਲ ਜਾਂਦਾ ਸੀ ਤਾਂ ਕਰਕੇ ਇਸ ਜਿਹੜਾ ਐਮ ਹੈਮਲ ਹੈ ਉਹ ਸਾਰਿਆਂ ਦੀ ਗਲਤੀ ਮੰਨਦਾ ਹੈ ਕਿ ਆਪਾਂ ਸਾਰਿਆਂ ਨੇ ਮਤਲਬ ਕਿ ਇੰਟਰਸਟ ਨਹੀਂ ਦਿਖਾਇਆ ਆਪਣੀ ਲੈਂਗੁਏਜ ਨੂੰ ਲੈ ਕੇ ਤਾਂ ਕਰਕੇ ਉਹ ਬਲੇਮ ਸਾਰਿਆਂ ਨੂੰ ਕਰਦਾ ਹੈ what did the M. Hamel ask France to recite and how did France fare in it? Mr. M. Hamel France to recite the rules on participles. He want to recite it without any mistakes, but he mixed up on the very first word and stood there holding on its deck. His heart was beating. I did not dare to look up. ਮਤਲਬ ਕਿ ਇਹ 'ਚ ਇਹੀ ਦੱਸਿਆ ਗਿਆ ਹੈ ਕਿ ਉਸਨੂੰ ਪਾਰਟੀਸਿਪਲਸ ਦਾ ਜਿਹੜਾ ਟੈਸਟ ਸੀ ਉਹ ਨਹੀਂ ਆਉਂਦਾ ਸੀ ਜਿਸ ਕਾਰਨ ਉਹ ਮਤਲਬ ਕਿ ਡੈਸਕ ਤੇ ਖੜਾ ਹੋ ਕੇ ਉਸਦੇ ਨਾਲ ਨਜ਼ਰਾਂ ਵੀ ਨਹੀਂ ਮਿਲਾ ਪਾ ਰਿਹਾ ਸੀ ਬਟ ਅੱਗੇ ਕੀ ਹੋਇਆ ਸੀ ਜਿਹੜਾ ਐਮ ਹੈਮਲ ਆ ਉਸਨੇ ਉਸਨੂੰ ਸਕੋਲਡ ਨਹੀਂ ਕੀਤਾ ਸੀ ਮਤਲਬ ਡਾਂਟਿਆ ਨਹੀਂ ਸੀ ਤਾਂ ਕਰਕੇ ਉਸਨੂੰ ਇਹ ਵੀ ਚੀਜ਼ ਸ਼ੌਕਿੰਗ ਲੱਗੀ ਸੀ what happened when France heard his name called? France heard name called. It was turned to recite the rules of participles. ਇਹ ਵੀ ਇਹੀ ਹੋ ਚੁੱਕਿਆ ਹੈ ਮਤਲਬ ਕਿ ਇਹ ਵੀ ਸੇਮ ਕੁਐਸਚਨ ਹੀ ਹੈ ਜਿਹੜਾ ਆਪਾਂ ਉੱਪਰ ਪੜਿਆ ਹੈ ਬਸ ਕੁਐਸਚਨ ਥੋੜਾ ਚੇਂਜ ਕੀਤਾ ਹੋਇਆ ਬਾਕੀ ਤੁਸੀਂ ਦੇਖੋ ਸੇਮ ਹੀ ਹੈ ਦੋਨੇ ਆ ਹੀ ਸੀਬੀਐਸਈ ਕਰਦੀ ਹੈ ਮਤਲਬ ਕੁਐਸਚਨ ਉਹ ਮਤਲਬ ਕਿ ਕੁਐਸਚਨ ਦਾ ਆਨਸਰ ਉਹੀ ਹੁੰਦਾ ਹੈ ਬਸ ਕੁਐਸਚਨ ਇਹਨੇ ਘੁਮਾ ਫਿਰਾ ਕੇ ਬੋਲ ਦਿੰਦੀ ਹੈ ਮਤਲਬ ਦੱਸਦੀ ਹੈ ਕਿ ਦਿਮਾਗ ਚੱਲਣੋਂ ਹੀ ਬੰਦ ਹੋ ਜਾਂਦਾ ਬਟ ਤੁਸੀਂ ਇਦਾਂ ਨਹੀਂ ਕਰਨਾ ਤੁਸੀਂ ਨੋਟਸ ਲਿਖੋ ਸਮਝੋ ਤਾਂ ਕਰਕੇ ਆਨਸਰ ਦੇ ਪਾਓ ठीक है and what was the trouble with the people of Alsace according to Mr. M. Hamel now what he thought would give the Germans to mock at that according to M. Hamel the peoples of Alsace used to shrink work they often thought they had plenty of time but now due to this attitude he couldn't learn their language anymore he said now the Germans would mock at them saying that they were pretending to be French they couldn't even speak or write the language ਠੀਕ ਹੈ ਇਸ ਦੇ ਵਿੱਚ ਬਹੁਤ ਹੀ ਗਹਿਰਾ ਮੀਨਿੰਗ ਦੱਸਿਆ ਗਿਆ ਹੈ ਠੀਕ ਹੈ ਇਹ 'ਚ ਕਿਵੇਂ ਐਮ ਹੈਮਲ ਨੇ ਕਿਹਾ ਗਿਆ ਹੈ ਕਿ ਪਹਿਲਾਂ ਆਪਾਂ ਸਮਝਦੇ ਸੀ ਕਿ ਫ੍ਰੈਂਚ ਜਿਹੜਾ ਹੈਗਾ ਫ੍ਰੈਂਚ ਲੈਂਗੁਏਜ ਜਿਹੜੀ ਹੈਗੀ ਉਹ ਆਪਾਂ ਕਰ ਲਾਂਗੇ ਅੱਜ ਕਰ ਲਾਂਗੇ ਕੱਲ ਕਰ ਲਾਂਗੇ ਮਤਲਬ ਕਿ ਆਪਾਂ ਇਸ ਨੂੰ ਇੰਪੋਰਟੈਂਟ ਨਹੀਂ ਸਮਝਿਆ ਜਿਸ ਕਾਰਨ ਅੱਜ ਉਹ ਆਪਣੇ ਹੱਥਾਂ ਵਿੱਚ ਨਹੀਂ ਹੈ ਆਪਾਂ ਅੱਜ ਸਪੀਕ ਵੀ ਨਹੀਂ ਕਰ ਸਕਦੇ ਰਾਈਟ ਵੀ ਨਹੀਂ ਕਰ ਸਕਦੇ ਤਾਂ ਕਰਕੇ ਇਸ ਦੇ ਵਿੱਚ ਬਹੁਤ ਗਹਿਰਾ ਮੀਨਿੰਗ ਦੱਸਿਆ ਗਿਆ ਹੈ what does the M. Hamel say about the French language? French language is the most beautiful language in the world, the clearest. ਹਾਂ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ ਇਹਨੂੰ ਤੁਸੀਂ ਅੰਡਰਲਾਈਨ ਕਰੀ ਚੱਲੋ ਜਿਹੜੇ ਜਿਹੜੇ ਮੈਂ ਪੁਆਇੰਟ ਦੱਸ ਰਿਹਾ ਸਭ ਤੋਂ ਪਹਿਲਾਂ ਉਸਨੇ ਫ੍ਰੈਂਚ ਲੈਂਗੁਏਜ ਨੂੰ ਕੀ ਕਿਹਾ ਬਿਊਟੀਫੁਲ ਲੈਂਗੁਏਜ ਇਨ ਦਾ ਵਰਲਡ ਤੇ ਠੀਕ ਹੈ ਕਲੀਅਰੈਸਟ ਲੈਂਗੁਏਜ ਮੋਸਟ ਲੌਜੀਕਲ ਲੈਂਗੁਏਜ ਇਹ ਤਿੰਨ ਚੀਜ਼ਾਂ ਲਿਖਣੀਆਂ ਹੀ ਲਿਖਣੀਆਂ ਅਗਰ ਇਹ ਕੁਐਸਚਨ ਆ ਗਿਆ ਤਾਂ he asked his students to guard their language and never to forget it ठीक है according to him when the people are enslaved they have a key to their prison as long as they hold fast to their language ਇਹ ਵੀ ਬਹੁਤ ਇੰਪੋਰਟੈਂਟ ਹੈ the key to their prison ਠੀਕ ਹੈ ਅਗਰ ਆਪਾਂ ਨੂੰ ਵੀ ਪਤਾ ਹੈ ਕਿ ਲੈਂਗੁਏਜ ਹੀ ਹੋਊਗੀ ਤਾਂ ਆਪਾਂ ਕੁਝ ਵੀ ਕਰ ਸਕਦੇ ਹਾਂ लैंग्वेज इज वेरी इंपॉर्टेंट ठीक है इसीलिए उसने भी यही लाइन बोली ठीक है ओके दैट्स ऑल फॉर टुडे तो यार देखो
ਅਗਰ ਤੁਹਾਨੂੰ ਆ ਸਾਰਾ ਕੁਝ ਸਮਝ ਆ ਰਿਹਾ ਹੈ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ, ਨਹੀਂ ਤਾਂ ਮੈਂ ਹਿੰਦੀ 'ਚ ਵੀ ਬੋਲ ਸਕਦਾ, ਤਾਂ ਹਿੰਦੀ 'ਚ ਆਪਾਂ ਕਲਾਸਿਸ ਸ਼ੁਰੂ ਕਰ ਲਾਂਗੇ। ਤੇ ਇਹ ਨਾ ਸਮਝਿਓ ਕਿਤੇ ਮੈਂ ਇਕੱਲੀ ਇੰਗਲਿਸ਼ ਹੀ ਪੜ੍ਹਾਊਂਗਾ, ਆਪਾਂ ਹਿਸਟਰੀ, ਪੋਲੀਟੀਕਲ ਸਾਇੰਸ ਵੀ ਪੜ੍ਹਾਂਗੇ ਇਸ ਚੈਨਲ ਤੇ, ਠੀਕ ਹੈ? ਤਾਂ ਕਰਕੇ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ, ਜਿਸ ਕਾਰਨ ਮੈਂ ਤੁਹਾਨੂੰ ਈਜ਼ੀ ਤੋਂ ਈਜ਼ੀ ਲੈਂਗੁਏਜ ਵਿੱਚ ਸਮਝਾਊਂਗਾ। ਤੁਹਾਨੂੰ ਇੱਕ ਵਾਰੀ ਚੈਪਟਰ ਸਮਝ ਆ ਜਾਣਾ ਚਾਹੀਦਾ ਹੈ। ਫਿਰ ਤਾਂ ਤੁਸੀਂ ਜਿਵੇਂ ਮਰਜ਼ੀ ਕੁਝ ਕਰ ਸਕਦੇ ਹੋ, ਮਤਲਬ ਕਿ ਆਨਸਰ ਰਾਈਟ ਕਰ ਸਕਦੇ ਹੋ, ਇਸ ਲਈ ਟੈਨਸ਼ਨ ਬਿਲਕੁਲ ਨਹੀਂ ਲੈਣੀ ਤੁਸੀਂ। ਮੈਂ ਪੰਜਾਬੀ 'ਚ ਵੀ ਸਮਝਾ ਦੂੰਗਾ, ਹਿੰਦੀ 'ਚ ਤਾਂ ਚਲੋ ਸਮਝਾ ਹੀ ਦਊਂਗਾ, ਹਿੰਦੀ ਤਾਂ ਮੈਨੂੰ ਆਉਂਦੀ ਹੈ, ਤਾਂ ਕਰਕੇ ਪੰਜਾਬੀ 'ਚ ਜੇ ਤੁਹਾਨੂੰ ਸਮਝ ਆ ਰਿਹਾ ਤਾਂ ਤੁਸੀਂ ਦੱਸ ਦਿਓ, ਨਹੀਂ ਤਾਂ ਫਿਰ ਮੈਂ ਹਿੰਦੀ 'ਚ ਕੰਟੀਨਿਊ ਕਰ ਦੂੰਗਾ, ਠੀਕ ਹੈ? ਇਸ ਲਈ ਪੂਰਾ ਇੰਟਰਸਟ ਦਿਖਾਉਣਾ ਹੈ, ਜਿਸ ਕਾਰਨ ਆਪਾਂ ਬੋਰਡ 'ਚ ਵਧੀਆ ਨੰਬਰ ਲੈ ਸਕੀਏ, ਠੀਕ ਹੈ? ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਕਰ ਲਓ, ਕਿਉਂਕਿ ਅੱਗੇ ਬਹੁਤ ਹੋਰ ਵੀ ਵਧੀਆ ਕੰਟੈਂਟ ਆਉਣ ਵਾਲਾ ਹੈ CBSE ਨੂੰ ਲੈ ਕੇ, ਠੀਕ ਹੈ? ਤੇ ਜਿਹੜੇ ਕੁਐਸਚਨ ਇਦੋਂ ਵੀ ਮੋਸਟ ਇੰਪੋਰਟੈਂਟ ਆ, ਉਹ ਤੁਹਾਨੂੰ ਉਹਦੇ ਪੇਪਰਾਂ ਦੇ ਟਾਈਮ ਮਿਲ ਜਾਣਗੇ। ਮਿਡ ਟਰਮ 'ਚ ਵੀ ਆਪਾਂ ਪੂਰੀ ਫੁੱਲ ਤਿਆਰੀ ਕਰਨੀ ਹੈ, ਠੀਕ ਹੈ? ਤੇ ਠੀਕ ਹੈ, 12th ਕਲਾਸ ਨੂੰ ਸੀਰੀਅਸ ਲੈ ਕੇ ਚੱਲੋ, ਕਿਉਂਕਿ ਬਹੁਤ ਇੰਪੋਰਟੈਂਟ ਕਲਾਸ ਹੈ। ਅੱਗੇ ਤੁਹਾਨੂੰ ਨੋਟਸ ਮਿਲ ਜਾਣਗੇ, ਠੀਕ ਹੈ? ਕਲਾਸ 12th ਹਿਸਟਰੀ, ਪੋਲੀਟੀਕਲ ਸਾਇੰਸ ਵੀ ਆਪਾਂ ਕਰਾਂਗੇ, ਉਹ ਵੀ ਮੈਂ ਤੁਹਾਨੂੰ ਪੰਜਾਬੀ ਸਮਝਾ ਦੂੰਗਾ, ਕਿਉਂਕਿ ਮੇਰਾ ਤਾਂ ਇੱਕ ਹੀ ਫੰਡਾ ਹੈ, ਉਹ ਇੰਗਲਿਸ਼ ਪੜ੍ਹਾਉਣ ਦਾ ਫਿਰ ਫਾਇਦਾ ਹੀ ਨਹੀਂ ਜੇ ਚੈਪਟਰ ਸਮਝ ਹੀ ਨਾ ਆਇਆ, ਠੀਕ ਹੈ? ਤਾਂ ਕਰਕੇ ਮੈਂ ਤੁਹਾਨੂੰ ਹਿੰਦੀ, ਪੰਜਾਬੀ ਜਿਹੜੀ ਤੁਸੀਂ ਲੈਂਗੁਏਜ ਕਹੋਗੇ ਮੈਂ ਤਾਂ ਉਹ ਸਮਝਾ ਦੂੰਗਾ, ਠੀਕ ਹੈ? ਕਿਉਂਕਿ ਚੈਪਟਰ ਸਮਝ ਆ ਜਾਣਾ ਚਾਹੀਦਾ ਹੈ। ਚਲੋ ਠੀਕ ਹੈ ਗਾਇਜ਼, ਅੱਗੇ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ। ਅੱਗੇ ਵੀ ਬਹੁਤ ਕੁਝ ਸਪੈਸ਼ਲ ਆਉਣ ਵਾਲਾ ਹੈ, ਤਾਂ ਕਰਕੇ ਸਬਸਕ੍ਰਾਈਬ ਕਰ ਲਓ, ਠੀਕ ਹੈ? ਓਕੇ।